प्यारे बच्चों, इस वीडियो ਦੇ ਵਿੱਚ ਅਸੀਂ ਸਿੱਖਾਂਗੇ 8ਵੀਂ ਕਲਾਸ ਦੇ ਅਭਿਆਸ 4.1 ਦੇ ਪਹਿਲੇ ਪ੍ਰਸ਼ਨ ਦੇ ਤੀਜੇ ਭਾਗ ਦੀ ਰਚਨਾ। ਤਾਂ ਫਿਰ ਦੇਖਦੇ ਹਾਂ। ਸਾਨੂੰ ਕਿਹਾ ਜਾ ਰਿਹਾ ਹੈ ਕਿ ਅਸੀਂ ਰਚਨਾ ਕਰਨੀ ਹੈ ਇੱਕ ਪੈਰਲਲੋਗ੍ਰਾਮ ਦੀ। ਪੈਰਲਲੋਗ੍ਰਾਮ ਦਾ ਮਤਲਬ ਹੋਇਆ ਅਸੀਂ ਇੱਕ ਸਮਾਂਤਰ ਚਤੁਰਭੁਜ ਬਣਾਉਣਾ ਹੈ ਤੇ ਜਿਸ ਦਾ ਨਾਮ ਅਸੀਂ ਰੱਖਣਾ ਹੈ MORE। ਤੇ ਉਸ ਤੋਂ ਬਾਅਦ ਉਸ ਚਤੁਰਭੁਜ ਤੇ ਸਾਨੂੰ ਵੱਖ-ਵੱਖ ਭਾਗਾਂ ਦੇ ਮਾਪ ਦੱਸੇ ਗਏ ਹਨ। ਤਾਂ ਜਦੋਂ ਵੀ ਅਸੀਂ ਕੋਈ ਰਚਨਾ ਕਰਨੀ ਹੁੰਦੀ ਹੈ, ਜਿਸ ਤਰ੍ਹਾਂ ਅਸੀਂ ਪਹਿਲਾਂ ਹੀ ਚਰਚਾ ਕਰ ਚੁੱਕੇ ਹਾਂ, ਹਮੇਸ਼ਾ ਅਸੀਂ ਕੀ ਕਰਦੇ ਹਾਂ, ਇੱਕ ਰਫ ਚਿੱਤਰ ਬਣਾਉਂਦੇ ਹਾਂ। ਤੇ ਇੱਥੇ ਵੀ ਅਸੀਂ ਇੱਕ ਸਮਾਂਤਰ ਚਤੁਰਭੁਜ ਦਾ ਰਫ ਚਿੱਤਰ ਬਣਾ ਲੈਂਦੇ ਹਾਂ ਇਸ ਤਰ੍ਹਾਂ। ਤੇ ਇਸ ਰਫ ਚਿੱਤਰ ਦੇ ਵਿੱਚ ਮੈਂ ਇਸ ਸਮਾਂਤਰ ਚਤੁਰਭੁਜ ਦਾ ਨਾਮ ਲਿਖ ਦਿੰਦਾ ਹਾਂ MORE। ਇਹਨਾਂ ਕਰਨ ਤੋਂ ਬਾਅਦ ਜਿਹੜੇ ਇਸ ਸਮਾਂਤਰ ਚਤੁਰਭੁਜ ਦੇ ਵੱਖ-ਵੱਖ ਭਾਗ ਸਾਨੂੰ ਦੱਸੇ ਗਏ ਹਨ, ਇਸ ਨੂੰ ਮੈਂ ਇਸ ਰਫ ਚਿੱਤਰ ਦੇ ਵਿੱਚ ਲਿਖਾਂਗਾ। ਸਭ ਤੋਂ ਪਹਿਲਾਂ ਸਾਨੂੰ ਦੱਸਿਆ ਗਿਆ ਕਿ OR ਦੀ ਲੰਬਾਈ ਜਿਹੜੀ ਹੈ ਉਹ ਸਾਡੇ ਕੋਲ 6 ਸੈਂਟੀਮੀਟਰ ਹੈ। ਤਾਂ ਅਸੀਂ OR ਦੇ ਉੱਤੇ ਲਿਖ ਦੇਵਾਂਗੇ ਕਿ ਇਹ ਵਾਲੀ ਭੁਜਾ ਸਾਡੇ ਕੋਲ ਹੈ 6 ਸੈਂਟੀਮੀਟਰ। ਫਿਰ ਸਾਨੂੰ ਦੱਸਿਆ ਗਿਆ ਹੈ RE ਦੀ ਲੰਬਾਈ ਹੈ 4.5 ਸੈਂਟੀਮੀਟਰ। ਤਾਂ ਇੱਥੇ ਰਫ ਚਿੱਤਰ ਦੇ ਵਿੱਚ ਦੇਖੋ RE ਇਹ ਮੇਰੇ ਕੋਲ ਦੱਸੀ ਗਈ ਹੈ 4.5 ਸੈਂਟੀਮੀਟਰ। ਇਸ ਤੋਂ ਬਾਅਦ ਮੈਨੂੰ ਦੱਸਿਆ ਗਿਆ ਹੈ ਕਿ EO ਦੀ ਲੰਬਾਈ ਹੈ 7.5 ਸੈਂਟੀਮੀਟਰ। ਤੇ ਮੈਂ ਰਫ ਚਿੱਤਰ ਦੇ ਵਿੱਚ ਜੇ ਦੇਖਾਂ ਤਾਂ EO ਜਿਹੜਾ ਹੈ ਉਹ ਇਸ ਸਮਾਂਤਰ ਚਤੁਰਭੁਜ ਦਾ ਵਿਕਰਣ ਹੈ ਇਸ ਤਰ੍ਹਾਂ। ਤੇ ਇਸ ਦੀ ਲੰਬਾਈ ਸਾਨੂੰ ਦੱਸੀ ਗਈ ਹੈ 7.5 ਸੈਂਟੀਮੀਟਰ। ਇਸ ਨੂੰ ਮੈਂ ਇੱਥੇ ਰਫ ਚਿੱਤਰ ਦੇ ਵਿੱਚ ਲਿਖ ਲਿਆ ਹੈ। ਇਸ ਤੋਂ ਬਾਅਦ ਸਾਨੂੰ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਇਸ ਰਚਨਾ ਨੂੰ ਬਣਾਉਣ ਲਈ। ਤਾਂ ਹੁਣ ਕਿਉਂਕਿ ਇਹ ਸਮਾਂਤਰ ਚਤੁਰਭੁਜ ਹੈ ਤੇ ਸਾਨੂੰ ਪਤਾ ਹੈ ਕਿ ਸਮਾਂਤਰ ਚਤੁਰਭੁਜ ਦੀਆਂ ਜਿਹੜੀਆਂ ਆਮਣੇ ਸਾਹਮਣੇ ਦੀਆਂ ਭੁਜਾਵਾਂ ਹੁੰਦੀਆਂ ਹਨ ਬਰਾਬਰ ਹੁੰਦੀਆਂ ਹਨ। ਤਾਂ ਜਿਹੜੀ ਭੁਜਾ MO ਦੀ ਲੰਬਾਈ ਹੋਏਗੀ ਉਹ ER ਦੇ ਬਰਾਬਰ ਹੋਏਗੀ। ਤਾਂ ਸਾਨੂੰ ਇੱਥੋਂ ਪਤਾ ਲੱਗੇਗਾ ਕਿ ਭੁਜਾ MO ਜਿਹੜੀ ਹੈ ਇਹ ਸਾਡੇ ਕੋਲ 4.5 ਸੈਂਟੀਮੀਟਰ ਹੈ। ਤੇ ਇਸੇ ਤਰ੍ਹਾਂ ਹੀ ਭੁਜਾ EM ਜਿਹੜੀ ਹੈ ਇਹ RO ਦੇ ਬਰਾਬਰ ਹੈ। ਤਾਂ ਭੁਜਾ EM ਦੀ ਲੰਬਾਈ ਸਾਡੇ ਕੋਲ ਹੋਏਗੀ 6 ਸੈਂਟੀਮੀਟਰ। ਇਹ ਜਿਹੜੇ ਪੁਆਇੰਟਸ ਨੇ ਸਾਨੂੰ ਪ੍ਰਸ਼ਨ ਨੇ ਨਹੀਂ ਦੱਸੇ ਨੇ। ਜਦੋਂ ਪ੍ਰਸ਼ਨ ਨੇ ਇੱਕ ਵਾਰੀ ਕਹਿ ਦਿੱਤਾ ਨਾ ਕਿ ਅਸੀਂ ਸਮਾਂਤਰ ਚਤੁਰਭੁਜ ਬਣਾਉਣਾ ਹੈ, ਤਾਂ ਪ੍ਰਸ਼ਨ ਇਹ ਚਾਹੁੰਦਾ ਹੈ ਕਿ ਬੱਚੇ ਨੂੰ ਸਮਾਂਤਰ ਚਤੁਰਭੁਜ ਦੇ ਗੁਣਾਂ ਦੀ ਪਛਾਣ ਹੋਵੇ ਤੇ ਉਸ ਆਧਾਰ ਤੇ ਉਹ ਇਸ ਰਚਨਾ ਨੂੰ ਪੂਰਾ ਕਰੇ। ਤਾਂ ਅਸੀਂ ਸਮਾਂਤਰ ਚਤੁਰਭੁਜ ਦੇ ਗੁਣਾਂ ਦੀ ਵਰਤੋਂ ਕਰਦੇ ਹੋਏ ਇਸ ਰਫ ਚਿੱਤਰ ਦੇ ਵਿੱਚ ਵੱਖ-ਵੱਖ ਭਾਗਾਂ ਦੀਆਂ ਜਿਹੜੀਆਂ ਲੰਬਾਈਆਂ ਹਨ ਉਹ ਲਿਖ ਲਈਆਂ ਹਨ। ਹੁਣ ਅਸੀਂ ਇਸ ਦੀ ਰਚਨਾ ਕਰਨੀ ਸ਼ੁਰੂ ਕਰ ਸਕਦੇ ਹਾਂ। ਰਚਨਾ ਬਣਾਉਣ ਲਈ ਸਾਨੂੰ ਕੁਝ ਟੂਲਸ ਚਾਹੀਦੇ ਹੁੰਦੇ ਨੇ। ਜਿਓਮੈਟਰੀ ਬਾਕਸ ਤੁਹਾਡੇ ਸਾਰਿਆਂ ਕੋਲ ਹੋਣਾ ਚਾਹੀਦਾ, ਜਿਹਦੇ ਵਿੱਚ ਖਾਸ ਤੌਰ ਤੇ ਇੱਕ ਫੋਟਾ, ਇੱਕ ਪ੍ਰਕਾਰ, ਪੈਨਸਿਲ ਤੇ ਕਿਸੇ ਰਚਨਾ ਦੇ ਵਿੱਚ ਸਾਨੂੰ D ਦੀ ਲੋੜ ਵੀ ਪੈਂਦੀ ਹੈ। ਤਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਆਪਣੇ ਕੋਲ ਜ਼ਰੂਰ ਰੱਖਣਾ ਹੈ। ਤੇ ਜਿੱਥੇ ਤੱਕ ਹੋ ਸਕੇ ਅਸੀਂ ਰਚਨਾ ਦੇ ਵਿੱਚ ਇਰੇਜ਼ਰ ਦੀ ਵਰਤੋਂ ਨਹੀਂ ਕਰਨੀ। ਤਾਂ ਫਿਰ ਰਚਨਾ ਕਰਨੀ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਸਕੇਲ ਲਵਾਂਗੇ ਤੇ ਸਕੇਲ ਦੀ ਸਹਾਇਤਾ ਨਾਲ ਅਸੀਂ ਇੱਕ ਰੇਖਾ ਖੰਡ ਖਿੱਚਾਂਗੇ 4.5 ਸੈਂਟੀਮੀਟਰ ਲੰਬਾ ਤੇ ਉਸ ਦਾ ਨਾਮ ਅਸੀਂ ਰੱਖਾਂਗੇ MO। ਤਾਂ ਅਸੀਂ ਸਭ ਤੋਂ ਪਹਿਲਾਂ ਫੁੱਟੇ ਦੀ ਸਹਾਇਤਾ ਨਾਲ ਇੱਕ ਰੇਖਾ ਖੰਡ ਖਿੱਚਦੇ ਹਾਂ ਜਿਸ ਦੀ ਲੰਬਾਈ ਹੋਏਗੀ 4.5 ਸੈਂਟੀਮੀਟਰ। ਇਸ ਤਰ੍ਹਾਂ ਦੇਖੋ 4 ਤੋਂ ਬਾਅਦ 5 ਮਿਲੀਮੀਟਰ ਹੋਰ ਤੇ ਇਹ ਸਾਡੇ ਕੋਲੇ ਰੇਖਾ ਖੰਡ MO ਹੋ ਗਿਆ 4.5 ਸੈਂਟੀਮੀਟਰ। ਅਸੀਂ ਇਸ ਦਾ ਨਾਮ ਰੱਖਾਂਗੇ MO 4.5 ਸੈਂਟੀਮੀਟਰ। ਇਸ ਤੋਂ ਬਾਅਦ ME ਦੀ ਲੰਬਾਈ ਜਿਹੜੀ ਹੈ ਉਹ ਸਾਡੇ ਕੋਲ ਹੈ 6 ਸੈਂਟੀਮੀਟਰ। ਤਾਂ ਅਸੀਂ ਪ੍ਰਕਾਰ ਲੈ ਕੇ ਪ੍ਰਕਾਰ ਦੇ ਵਿੱਚ 6 ਸੈਂਟੀਮੀਟਰ ਦੀ ਦੂਰੀ ਭਰਾਂਗੇ ਇਸ ਤਰ੍ਹਾਂ। ਤੇ M ਦੇ ਉੱਤੇ ਪ੍ਰਕਾਰ ਨੂੰ ਰੱਖ ਕੇ ਇੱਕ ਚਾਪ ਲਗਾਵਾਂਗੇ E ਵਾਲੀ ਦਿਸ਼ਾ ਦੇ ਵਿੱਚ ਇਸ ਤਰ੍ਹਾਂ। E ਤੱਕ ਪਹੁੰਚਣ ਦਾ ਸਾਡੇ ਕੋਲੇ O ਤੋਂ ਵੀ ਇੱਕ ਰਸਤਾ ਹੈ ਤੇ O ਤੋਂ E ਤੱਕ ਦੀ ਦੂਰੀ ਜਿਹੜੀ ਹੈ ਇਹ ਸਾਡੇ ਕੋਲ ਹੈ 7.5 ਸੈਂਟੀਮੀਟਰ। ਤਾਂ ਹੁਣ ਅਸੀਂ ਪ੍ਰਕਾਰ ਦੇ ਵਿੱਚ 7.5 ਸੈਂਟੀਮੀਟਰ ਦੂਰੀ ਭਰਾਂਗੇ ਇਸ ਤਰ੍ਹਾਂ। ਪ੍ਰਕਾਰ ਦੇ ਵਿੱਚ 7.5 ਸੈਂਟੀਮੀਟਰ ਦੂਰੀ ਲੈਣ ਤੋਂ ਬਾਅਦ ਅਸੀਂ ਪ੍ਰਕਾਰ ਨੂੰ ਰੱਖਾਂਗੇ ਬਿੰਦੂ O ਦੇ ਉੱਤੇ
ਬਿੰਦੂ O ਤੇ ਪ੍ਰਕਾਰ ਰੱਖਣ ਦਾ ਮਤਲਬ ਹੈ ਕਿ ਅਸੀਂ ਪ੍ਰਕਾਰ ਦੀ ਨੋਕ ਨੂੰ ਬਿੰਦੂ O ਦੇ ਉੱਤੇ ਧਿਆਨ ਨਾਲ ਟਿਕਾਉਣਾ ਹੈ, ਇਸ ਤਰ੍ਹਾਂ। ਤੇ ਉਸ ਤੋਂ ਬਾਅਦ ਇੱਕ ਚਾਪ ਲਗਾ ਦੇਵਾਂਗੇ, ਇਸ ਤਰ੍ਹਾਂ। ਇਹ ਦੋਵੇਂ ਚਾਪਾਂ ਜਿਸ ਬਿੰਦੂ ਤੇ ਕੱਟਦੀਆਂ ਹਨ ਉਸ ਬਿੰਦੂ ਦਾ ਨਾਮ ਹੋਵੇਗਾ ਬਿੰਦੂ E। ਹੁਣ ਅਸੀਂ ਸਕੇਲ ਦੀ ਸਹਾਇਤਾ ਨਾਲ E ਨੂੰ M ਦੇ ਨਾਲ ਮਿਲਾ ਦੇਵਾਂਗੇ, ਇਸ ਤਰ੍ਹਾਂ। ਤੇ ਅਸੀਂ E ਨੂੰ O ਦੇ ਨਾਲ ਵੀ ਮਿਲਾਵਾਂਗੇ। ਇਸ ਤਰ੍ਹਾਂ EO ਜਿਹੜੀ ਦੂਰੀ ਸੀਗੀ ਇਹ ਸਾਡੇ ਕੋਲ ਸੀ 7.5 ਸੈਂਟੀਮੀਟਰ, ਉਸ ਨੂੰ ਅਸੀਂ ਇੱਥੇ ਲਿਖ ਦੇਵਾਂਗੇ 7.5 ਸੈਂਟੀਮੀਟਰ। ਤੇ EM ਜਿਹੜੀ ਦੂਰੀ ਸੀ ਇਹ ਸਾਡੇ ਕੋਲ ਸੀਗੀ 6 ਸੈਂਟੀਮੀਟਰ। ਇਹ ਅਸੀਂ ਰਫ ਚਿੱਤਰ ਤੋਂ ਦੇਖਿਆ ਤੇ ਇਸ ਨੂੰ ਅਸੀਂ ਇੱਥੇ ਲਿਖ ਦਿੱਤਾ 6 ਸੈਂਟੀਮੀਟਰ। ਹੁਣ ਅਸੀਂ ਰਫ ਚਿੱਤਰ ਵੱਲ ਦੇਖਦੇ ਹਾਂ। ਹੁਣ ਸਾਡੇ ਕੋਲੇ ਸਿਖਰ E ਜਿਹੜਾ ਹੈ ਉਹ ਪ੍ਰਾਪਤ ਹੋ ਗਿਆ ਹੈ। ਹੁਣ E ਤੋਂ R ਦੀ ਦੂਰੀ ਸਾਡੇ ਕੋਲ ਹੈ 4.5 ਸੈਂਟੀਮੀਟਰ। ਤਾਂ ਹੁਣ ਮੈਂ ਪ੍ਰਕਾਰ ਦੇ ਵਿੱਚ 4.5 ਸੈਂਟੀਮੀਟਰ ਦੀ ਦੂਰੀ ਭਰਾਂਗਾ, ਇਸ ਤਰ੍ਹਾਂ। ਤੇ ਪ੍ਰਕਾਰ ਨੂੰ ਧਿਆਨ ਨਾਲ ਬਿੰਦੂ E ਤੇ ਟਿਕਾਵਾਂਗਾ, ਮਤਲਬ ਮੈਂ ਪ੍ਰਕਾਰ ਦੀ ਸੂਈ ਨੂੰ ਬਿੰਦੂ E ਦੇ ਉੱਤੇ ਟਿਕਾ ਕੇ 4.5 ਸੈਂਟੀਮੀਟਰ ਦੀ ਇੱਕ ਚਾਪ ਲਗਾਵਾਂਗਾ, ਇਸ ਤਰ੍ਹਾਂ। ਤੇ ਹੁਣ ਰਫ ਚਿੱਤਰ ਤੋਂ ਸਾਨੂੰ ਇਹ ਪਤਾ ਲੱਗ ਰਿਹਾ ਹੈ ਕਿ ਇਸ ਚਾਪ ਦੇ ਉੱਤੇ ਕਿਹੜਾ ਬਿੰਦੂ ਸਥਿਤ ਹੋਏਗਾ, ਉਹ ਹੋਏਗਾ ਬਿੰਦੂ R। ਤਾਂ ਹੁਣ R ਤੱਕ ਪਹੁੰਚਣ ਲਈ ਸਾਡੇ ਕੋਲ ਇੱਕ ਹੋਰ ਰਸਤਾ ਹੈ ਜਿਹੜਾ ਕਿ ਬਿੰਦੂ O ਤੋਂ ਜਾਂਦਾ ਹੈ। ਬਿੰਦੂ O ਤੋਂ R ਦੀ ਦੂਰੀ ਕਿੰਨੀ ਹੈ? 6 ਸੈਂਟੀਮੀਟਰ। ਤਾਂ ਹੁਣ ਮੈਂ ਕੀ ਕਰਾਂਗਾ, ਹੁਣ ਮੈਂ ਪ੍ਰਕਾਰ ਦੇ ਵਿੱਚ 6 ਸੈਂਟੀਮੀਟਰ ਦੂਰੀ ਲਵਾਂਗਾ। ਪ੍ਰਕਾਰ ਦੀ ਸੂਈ ਨੂੰ ਸਕੇਲ ਦੇ 0 ਦੇ ਉੱਤੇ ਟਿਕਾ ਕੇ ਮੈਂ ਪ੍ਰਕਾਰ ਦੇ ਵਿੱਚ 6 ਸੈਂਟੀਮੀਟਰ ਦੂਰੀ ਧਿਆਨ ਨਾਲ ਭਰ ਲੈਂਦਾ ਹਾਂ। ਹੁਣ ਮੈਂ ਪ੍ਰਕਾਰ ਨੂੰ ਬਿੰਦੂ O ਦੇ ਉੱਤੇ ਰੱਖਾਂਗਾ, ਕਿਉਂਕਿ ਜਿਹੜੀ ਇਹ 6 ਸੈਂਟੀਮੀਟਰ ਦੂਰੀ ਹੈ ਇਹ ਬਿੰਦੂ O ਤੋਂ ਦੱਸੀ ਗਈ ਹੈ। ਤਾਂ ਮੈਂ O ਦੇ ਉੱਤੇ ਪ੍ਰਕਾਰ ਰੱਖਾਂਗਾ ਇਸ ਤਰ੍ਹਾਂ, ਤੇ ਇੱਕ ਹੋਰ ਚਾਪ ਲਗਾ ਦੇਵਾਂਗਾ ਜਿਹੜੀ ਕਿ ਪਹਿਲੀ ਚਾਪ ਨੂੰ ਕੱਟ ਜਾਵੇਗੀ। ਤੇ ਇਹ ਜਿਹੜਾ ਕਟਾਨ ਬਿੰਦੂ ਹੋਏਗਾ ਇਸ ਦਾ ਨਾਮ ਹੋਏਗਾ ਬਿੰਦੂ R। ਤੇ ਹੁਣ ਫਿਰ ਅਸੀਂ ਸਕੇਲ ਦੀ ਸਹਾਇਤਾ ਨਾਲ ਬਿੰਦੂ E ਨੂੰ R ਦੇ ਨਾਲ ਧਿਆਨ ਨਾਲ ਮਿਲਾ ਦੇਵਾਂਗੇ ਤੇ ਬਿੰਦੂ R ਨੂੰ O ਦੇ ਨਾਲ ਮਿਲਾ ਦੇਵਾਂਗੇ, ਇਸ ਤਰ੍ਹਾਂ। ਤੇ ਇਸ ਪ੍ਰਕਾਰ ਸਾਡੇ ਕੋਲ ਇੱਕ ਸਮਾਂਤਰ ਚਤੁਰਭੁਜ ਆ ਜਾਏਗਾ। ਤੇ ਇਹਦੇ ਜਿਹੜੇ ਬਾਕੀ ਭਾਗ ਹਨ ਅਸੀਂ ਉਹਨਾਂ ਦੇ ਮਾਪ ਵੀ ਇਸ ਰਚਨਾ ਦੇ ਵਿੱਚ ਦਰਸਾਵਾਂਗੇ। ਅਸੀਂ ਰਫ ਚਿੱਤਰ ਤੋਂ ਦੇਖ ਕੇ ਫਟਾਫਟ ਲਿਖ ਸਕਦੇ ਹਾਂ। ਅਸੀਂ OR 6 ਸੈਂਟੀਮੀਟਰ ਲਿਆ ਹੈ ਤੇ ER ਜਿਹੜਾ ਹੈ ਇਹ ਸਾਡੇ ਕੋਲੇ 4.5 ਸੈਂਟੀਮੀਟਰ ਹੈ। ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਰਚਨਾ ਬਣਾਉਣੀ ਸਮਝ ਆ ਗਈ ਹੋਵੇਗੀ। ਤੁਸੀਂ ਆਪਣੀਆਂ ਕਾਪੀਆਂ ਦੇ ਵਿੱਚ ਇਸ ਰਚਨਾ ਨੂੰ ਬਣਾਓ, ਇਸ ਦੀ ਪ੍ਰੈਕਟਿਸ ਕਰੋਗੇ ਤੇ ਕੰਮ ਤੁਹਾਨੂੰ ਬਿਲਕੁਲ ਵੀ ਔਖਾ ਨਹੀਂ ਲੱਗੇਗਾ। ਜ਼ਰੂਰ ਕਰਕੇ ਦੇਖਣਾ, ਠੀਕ ਹੈ। ਥੈਂਕ ਯੂ।